ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਸ ਤਰ੍ਹਾਂ ਗੁਰੂ ਦੇ ਬਚਨਾਂ ਦੀ ਜਿੰਨੇ ਵਾਰ ਮਰਜ਼ੀ ਵਿਆਖਿਆ ਕਰੀ ਜਾਈਏ ਉਹ ਮੁੱਕਦੀ ਨਹੀਂ, ਉਸੇ ਤਰ੍ਹਾਂ ਹੀ ਗੁਰੂ ਦੇ ਪਿਆਰੇ ਗੁਰਮੁਖ ਜਨ ਉਹਨਾਂ ਦੇ ਜੀਵਨ ਦੇ ਵਿੱਚੋਂ ਪ੍ਰਸੰਗਾਂ ਦੀ, ਘਟਨਾਵਾਂ ਦੀ, ਅਨੁਭਵਾਂ ਦੀ ਸਾਂਝ ਕੀਤੀ ਜਾਵੇ ਤਾਂ ਉਹ ਵੀ ਖਤਮ ਨਹੀਂ ਹੁੰਦੇ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਗੁਰਮੁਖ ਪਿਆਰੇ ਗੁਰਬਾਣੀ ਦੇ ਵਿੱਚ ਅਭੇਦ ਹੋ ਜਾਂਦੇ ਹਨ। ਗੁਰਬਾਣੀ ਨੂੰ ਉਹ ਆਪਣੇ ਮਸਤਕ ਦਾ ਆਧਾਰ ਬਣਾ ਲੈਂਦੇ ਹਨ। ਗੁਰਬਾਣੀ ਦਾ ਫੁਰਮਾਨ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ ਤੇ ਇਹ ਗੁਰਮੁਖ ਪਿਆਰੇ ਸਤ ਦਾ ਰੂਪ ਹੋ ਜਾਂਦੇ ਹਨ। ਇਸ ਕਾਰਨ ਹੀ ਕਿਹਾ ਗਿਆ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਜੇਤਾ ਸੁਨਹਿ ਤੇਤਾ ਬਖਿਆਨੈ। ਗੁਰਮੁਖ ਪਿਆਰਿਆਂ ਤੇ ਗੁਰਬਾਣੀ ਦੀ ਕਿੰਨੀ ਅੰਤਰੀਵੀ ਸਾਂਝ ਦੱਸੀ ਹੈ ਮਹਾਰਾਜ ਨੇ। ਗੁਰਬਾਣੀ ਦੇ ਵਿੱਚ ਇਹ ਸੇਧ ਦਿੱਤੀ ਗਈ ਹੈ ਕਿ ਭਵਜਲ ਸ਼ਬਦ ਲੰਘਾਵਣ ਹਾਰ। ਉਸੇ ਤਰ੍ਹਾਂ ਹੀ ਗੁਰਮੁਖ ਪਿਆਰਿਆਂ ਬਾਰੇ ਗੁਰਬਾਣੀ ਦੇ ਵਿੱਚ ਸੇਧ ਹੈ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਇਸ ਪੱਖ ਨੂੰ ਇਸ ਤਰ੍ਹਾਂ ਵੀ ਬਿਆਨਿਆ ਗਿਆ ਹੈ, ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ। ਕਿੰਨੀ ਨਜ਼ਦੀਕੀ ਸਾਂਝ ਹੈ ਇਹਨਾਂ ਸ਼ਬਦਾਂ ਦੇ ਵਿੱਚ, ਅੰਤਰੀਵ ਭਾਵ ਕਿੰਨਾ ਡੂੰਘਾ ਅਤੇ ਨਜ਼ਦੀਕ ਜਾਪਦਾ ਹੈ। ਗੁਰਬਾਣੀ ਅਤੇ ਗੁਰੂ ਦੇ ਪਿਆਰਿਆਂ ਦੇ ਵਿੱਚ ਇਹ ਅਵਸਥਾ ਭਾਵੇਂ ਵਿਰਲਿਆਂ ਦੇ ਵਿੱਚ ਆਉਂਦੀ ਹੈ, ਪਰ ਇਹ ਗੁਰੂ ਦੀ ਕਿਰਪਾ ਹੈ ਕਿ ਜਿਸ ਉੱਤੇ ਉਹ ਤਰੁੱਠ ਪੈਣ ਉਸ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਹਨ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜਤ ਰੰਗ ਜਿਉ ਜਲ ਹੀ ਬਿਖੈ ਸਮਾਹੇ। ਜਿਸ ਤਰ੍ਹਾਂ ਕਿ ਅਸੀਂ ਜ਼ਿਕਰ ਕੀਤਾ ਹੈ ਕਿ ਗੁਰਬਾਣੀ ਦੀ ਜਿੰਨੀ ਮਰਜ਼ੀ ਵਿਆਖਿਆ ਕੀਤੀ ਜਾਵੇ ਉਹ ਮੁੱਕਦੀ ਨਹੀਂ, ਉਸੇ ਤਰ੍ਹਾਂ ਹੀ ਭਾਈ ਵੀਰ ਸਿੰਘ ਜੀ ਦਾ ਇਹ ਜੀਵਨ ਹੈ। ਭਾਈ ਵੀਰ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਗੁਣ ਪ੍ਰਾਪਤ ਹੁੰਦੇ ਹਨ, ਨਾਮੀ ਸਾਂਝ ਸਥਾਪਿਤ ਹੁੰਦੀ ਹੈ। ਜਿਨ੍ਹਾਂ ਦੀ ਜਿੰਨੀ ਮਰਜ਼ੀ ਵਿਆਖਿਆ ਕਰੀ ਜਾਈਏ, ਜਿੰਨੇ ਵਾਰ ਮਰਜ਼ੀ ਸੁਣੀ ਜਾਈਏ, ਮਨ ਦੇ ਵਿੱਚ ਹੋਰ ਚਾਅ ਪੈਦਾ ਹੁੰਦਾ ਹੈ, ਹੋਰ ਪਿਆਰ ਪੈਦਾ ਹੁੰਦਾ ਹੈ। ਅੱਜ ਦਾ ਇਹ ਪ੍ਰਸੰਗ ਜੋ ਕਿ ਭਾਈ ਵੀਰ ਸਿੰਘ ਜੀ ਨਾਲ ਜੁੜਿਆ ਹੋਇਆ ਹੈ, ਉਸ ਨੂੰ ਸਰਦਾਰ ਜਗਜੀਤ ਸਿੰਘ ਗੁਲੇਰੀਆ ਜੀ ਨੇ ਲਿਖਿਆ ਹੈ। ਆਪ ਜੀ ਲਿਖਦੇ ਹਨ ਕਿ ਬੀਬੀ ਰਾਮਿੰਦਰਾ ਅਜੀਤ ਸਿੰਘ ਜੀ ਸਰਦਾਰ ਮਨਮੋਹਨ ਸਿੰਘ ਦੀ ਬੱਚੀ ਹੈ ਅਤੇ ਇਸ ਦਾ ਜਨਮ 1921 ਵਿੱਚ ਐਬਟਾਬਾਦ ਵਿਖੇ ਹੋਇਆ। ਬੱਚੀ ਨੂੰ ਛੋਟੀ ਉਮਰ ਵਿੱਚ ਹੀ ਗਾਉਣ ਦਾ ਸ਼ੌਂਕ ਸੀ। ਇਸ ਬੀਬੀ ਦਾ ਗਲਾ ਬੜਾ ਰਸੀਲਾ ਸੀ ਅਤੇ ਰਾਗ ਵਿਦਿਆ ਸਿੱਖਣ ਦਾ ਸ਼ੌਂਕ ਵੀ ਬਹੁਤ ਸੀ। ਬੀਬੀ ਦਾ ਉਸਤਾਦ ਬੜਾ ਖੁਸ਼ ਸੀ ਅਤੇ ਸ਼ੌਂਕ ਦੇ ਨਾਲ ਸਿਖਾਉਂਦਾ ਸੀ। ਜਦੋਂ ਬੀਬੀ ਨੇ ਸ਼ਬਦ ਸਿੱਖੇ ਤਾਂ ਸਰਦਾਰ ਜੀ ਬੱਚੀ ਨੂੰ ਨਾਲ ਲੈ ਕੇ ਅੰਮ੍ਰਿਤਸਰ ਆਏ। ਭਾਈ ਵੀਰ ਸਿੰਘ ਜੀ ਨੇ ਸ਼ਬਦ ਸੁਣੇ ਅਤੇ ਬੜੇ ਪ੍ਰਸੰਨ ਹੋਏ ਅਤੇ ਅਸੀਸਾਂ ਦਿੱਤੀਆਂ। ਸਰਦਾਰ ਮਨਮੋਹਨ ਸਿੰਘ ਜੀ ਉਸ ਤੋਂ ਬਾਅਦ ਵੀ ਫੇਰ ਸਮੇਂ-ਸਮੇਂ ਤੇ ਆਪਣੀ ਬੱਚੀ ਨੂੰ ਨਾਲ ਲੈ ਕੇ ਅੰਮ੍ਰਿਤਸਰ ਜਾਂਦੇ ਰਹੇ ਅਤੇ ਇਹ ਬੀਬੀ ਸ਼ਬਦ ਸੁਣਾਉਂਦੀ ਰਹੀ। ਇੱਕ ਦਿਨ ਭਾਈ ਸਾਹਿਬ ਨੇ ਬੀਬੀ ਨੂੰ ਪਾਸ ਬਿਠਾ ਕੇ ਸਮਝਾਇਆ ਅਤੇ ਕਿਹਾ ਕਿ ਗੁਰੂ ਮਿਹਰ ਸਦਕਾ ਤੁਹਾਡਾ ਗਲਾ ਰਸੀਲਾ ਹੈ, ਇੱਕ ਹੋਰ ਗੱਲ ਸਿੱਖੋ, ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਣਾ ਕੇ ਪੜ੍ਹਿਆ ਕਰੋ। ਇਹ ਮਹਿਸੂਸ ਕਰਿਆ ਕਰੋ ਕਿ ਸਤਿਗੁਰੂ ਜੀ ਆਪ ਦਾ ਸ਼ਬਦ ਸੁਣ ਰਹੇ ਹਨ। ਆਪ ਦੇ ਕੀਰਤਨ ਵਿੱਚ ਰਸ ਹੋਰ ਭਰ ਜਾਵੇਗਾ। ਬੀਬੀ ਉੱਤੇ ਅਜਿਹੀ ਬਖਸ਼ਿਸ਼ ਕੀਤੀ ਕਿ ਉਸ ਨੂੰ ਹਜ਼ੂਰੀ ਦੀ ਪ੍ਰਾਪਤੀ ਹੋ ਗਈ। ਕੀਰਤਨ ਵਿੱਚ ਰਸ ਪੈ ਗਿਆ। ਇੱਕ ਵਾਰੀ ਜਦੋਂ ਬੀਬੀ ਕੀਰਤਨ ਕਰਕੇ ਹਟੀ ਤਾਂ ਆਪ ਨੇ 5 ਰੁਪਏ ਦਾ ਨੋਟ ਅੱਗੇ ਰੱਖ ਕੇ ਆਖਿਆ ਕਿ ਬੱਚੀ, ਇਹ ਸ਼ਬਦ ਭੇਟ ਹੈ। ਗੁਲੇਰੀਆ ਜੀ ਲਿਖਦੇ ਹਨ
ਕਿ ਹੁਣ ਭਾਵੇਂ ਇਹ ਨੋਟ ਬਦਲ ਗਏ ਹਨ, ਪਰ ਇਸ ਪਰਿਵਾਰ ਦੇ ਕੋਲ ਅਜੇ ਵੀ ਇਹ ਨੋਟ ਸਾਂਭਿਆ ਪਿਆ ਹੈ। 1944 ਵਿੱਚ ਬੀਬੀ ਦੀ ਸ਼ਾਦੀ ਸਰਦਾਰ ਕਰਤਾਰ ਸਿੰਘ ਜੀ ਦੇ ਲੜਕੇ ਸਰਦਾਰ ਅਜੀਤ ਸਿੰਘ ਨਾਲ ਹੋ ਗਈ। ਥੋੜ੍ਹੇ ਸਮੇਂ ਵਿੱਚ ਹੀ ਕਾਰੋਬਾਰ ਚੰਗਾ ਚੱਲ ਨਿਕਲਿਆ ਅਤੇ ਅਜੀਤ ਸਿੰਘ ਨੇ ਲੱਖਾਂ ਰੁਪਏ ਕਮਾ ਲਏ। ਕੁਦਰਤ ਦੇ ਰੰਗ ਵਿੱਚ 1959 ਵਿੱਚ ਬੀਬੀ ਨੇ ਇਹ ਮਹਿਸੂਸ ਕੀਤਾ ਕਿ ਉਸ ਦੀ ਬ੍ਰੈਸਟ ਵਿੱਚ ਇੱਕ ਗਿਲਟੀ ਹੋ ਗਈ ਹੈ। ਕੁਝ ਦਿਨਾਂ ਪਿੱਛੋਂ ਇੱਕ ਹੋਰ ਹੋ ਗਈ। ਉਹ ਡਰਦੇ ਡਾਕਟਰ ਨੂੰ ਨਾ ਵਿਖਾਉਣ ਕਿ ਕਿਧਰੇ ਕੈਂਸਰ ਹੀ ਨਾ ਹੋਵੇ। ਉਹਨਾਂ ਦਿਨਾਂ ਵਿੱਚ ਇੱਕ ਮਿੱਤਰ ਲੇਡੀ ਡਾਕਟਰ ਉਹਨਾਂ ਦੇ ਘਰ ਆਈ, ਜੋ ਕਲਕੱਤੇ ਕਈ ਮਹੀਨੇ ਕੈਂਸਰ ਹਸਪਤਾਲ ਵਿੱਚ ਕੰਮ ਕਰਕੇ ਆਈ ਸੀ। ਉਸਨੇ ਦੇਖਦਿਆਂ ਹੀ ਕਿਹਾ ਕਿ ਇਹ ਕੈਂਸਰ ਦਾ ਗਲੈਂਡ ਨਜ਼ਰ ਆਉਂਦਾ ਹੈ। ਬੀਬੀ ਨੂੰ ਡਾਕਟਰ ਧੂਪੀਏ ਦੇ ਦਿਖਾਇਆ ਗਿਆ। ਡਾਕਟਰ ਧੂਪੀਏ ਨੇ ਦੇਖ ਕੇ ਕਿਹਾ ਕਿ ਇਹ ਮੇਰੀ ਲਾਈਨ ਨਹੀਂ, ਪਰ ਜੋ ਥੋੜ੍ਹਾ ਕੁਝ ਪੜ੍ਹਿਆ ਹੈ ਉਸ ਤੋਂ ਇਹ ਕੈਂਸਰ ਹੀ ਜਾਪਦਾ ਹੈ। ਫਿਰ ਡਾਕਟਰ ਸੈਨ ਨੇ ਦੇਖ ਕੇ ਆਖਿਆ ਕਿ ਰੋਜ਼ ਦਰਜਨਾਂ ਆਪਰੇਸ਼ਨ ਕੈਂਸਰ ਦੇ ਕਰਦਾ ਹਾਂ, ਗਿਲਟੀ ਇੱਕੋ ਹੁੰਦੀ ਹੈ, ਪਰ ਆਪ ਦੇ ਦੋ ਹਨ। ਹੋ ਸਕਦਾ ਹੈ ਕਿ ਕੈਂਸਰ ਨਾ ਹੋਵੇ, ਪਰ ਗਿਲਟੀ ਕੱਢ ਕੇ ਟੈਸਟ ਲਈ ਭੇਜ ਦਿੰਦਾ ਹਾਂ। ਛੋਟਾ ਆਪਰੇਸ਼ਨ ਕਰਕੇ ਗਿਲਟੀ ਟੈਸਟ ਲਈ ਭੇਜ ਦਿੱਤੀ ਗਈ। ਘਰ ਵਿੱਚ ਅਖੰਡ ਪਾਠ ਰਖਵਾ ਦਿੱਤਾ ਗਿਆ। ਜਦੋਂ ਟੈਸਟ ਦੀ ਰਿਪੋਰਟ ਆਈ ਤਾਂ ਉਸ ਵਿੱਚ ਕੈਂਸਰ ਨਿਕਲਿਆ। ਡਾਕਟਰ ਸੇਨ ਦੇ ਹਸਪਤਾਲ ਆਪਰੇਸ਼ਨ ਦੀ ਤਿਆਰੀ ਹੋ ਗਈ। ਬੀਬੀ ਸਖਤ ਘਬਰਾਹਟ ਵਿੱਚ ਸੀ ਅਤੇ ਉਸਦੇ ਮੂੰਹ ਤੋਂ ਬੋਲ ਨਹੀਂ ਨਿਕਲ ਰਿਹਾ ਸੀ। ਸਵੇਰੇ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਅਤੇ ਰੁਦਨ ਕਰਕੇ ਸਰਦਾਰ ਮਨਮੋਹਨ ਸਿੰਘ ਜੀ ਨੇ ਆਪ ਅਰਦਾਸ ਕੀਤੀ ਅਤੇ ਮਿਹਰ ਦੀ ਯਾਚਨਾ ਕੀਤੀ। ਗੁਰੂ ਪਾਤਸ਼ਾਹ ਜੀ ਦਾ ਹੁਕਮਨਾਮਾ ਹੌਸਲਾ ਦੇਣ ਵਾਲਾ ਆਇਆ। ਬੀਬੀ ਰਾਜ ਸੁਪੁੱਤਨੀ ਮਲਕ ਜੀ ਵੀ ਇਸੇ ਹਸਪਤਾਲ ਵਿੱਚ ਦਾਖਲ ਸਨ ਅਤੇ ਅਰੋਗ ਹੋ ਰਹੇ ਸਨ। ਉਹਨਾਂ ਨੂੰ ਪਤਾ ਚੱਲਿਆ ਅਤੇ ਨਰਸ ਪਾਸੋਂ ਪੁੱਛਿਆ। ਨਰਸ ਨੇ ਬਿਮਾਰੀ ਬਾਰੇ ਦੱਸਿਆ ਅਤੇ ਘਰ ਦੇ ਮੈਂਬਰਾਂ ਦੀ ਹਾਲਤ ਦੱਸੀ ਕਿ ਉਹ ਰੋ ਰੋ ਕੇ ਬੇਹਾਲ ਹੋ ਰਹੇ ਹਨ। ਰਾਜ ਜੀ ਇਹ ਸੁਣ ਕੇ ਅਰਦਾਸ ਵਿੱਚ ਜੁੜ ਗਈ ਅਤੇ ਬੇਨਤੀ ਕੀਤੀ ਕਿ ਦਾਤਾ ਜੀ, ਮੇਰੇ ਸਿਰ ਹੁਣ ਕੋਈ ਜ਼ਿੰਮੇਵਾਰੀ ਨਹੀਂ ਹੈ। ਆਪ ਦੇ ਚੋਜ ਮੈਨੂੰ ਤੁਸੀਂ ਰਾਜ਼ੀ ਕਰ ਦਿੱਤਾ ਏ। ਪਿਆਰੇ ਜੀ, ਇਹ ਜਵਾਨ ਲੜਕੀ ਰਾਜ਼ੀ ਹੋ ਜਾਵੇ। ਜੇ ਕੁਝ ਹੋ ਗਿਆ ਤਾਂ ਬੁੱਢੇ ਮਾਂ-ਪਿਓ ਕੀ ਕਰਨਗੇ। ਅਰਦਾਸ ਵਿੱਚ ਹੀ ਉਹਨਾਂ ਦੀ ਅੱਖ ਲੱਗ ਗਈ। ਕੀ ਦੇਖਦੀ ਹੈ ਕਿ ਬਹੁਤ ਹੀ ਸੁਹਾਵਣਾ ਸਥਾਨ ਹੈ। ਇੱਕ ਪਾਸੇ ਤੋਂ ਭਾਈ ਵੀਰ ਸਿੰਘ ਜੀ ਆ ਰਹੇ ਹਨ। ਸਰਦਾਰ ਮਨਮੋਹਨ ਸਿੰਘ ਦੀ ਸੁਪਤਨੀ ਜਸਵੰਤ ਵੀ ਉਸੇ ਪਾਸਿਓਂ ਦੌੜੀ ਆ ਰਹੀ ਹੈ ਅਤੇ ਉਹ ਬਹੁਤ ਘਾਬਰੀ ਹੋਈ ਹੈ। ਭਾਈ ਸਾਹਿਬ ਬੋਲੇ ਨਹੀਂ, ਪਰ ਅਸੀਸ ਦੇ ਰਹੇ ਹਨ। ਇਸ ਤਰ੍ਹਾਂ ਉਸਦੀ ਅੱਖ ਖੁੱਲ੍ਹ ਗਈ। ਜਸਵੰਤ ਨੂੰ ਰਾਜ ਜੀ ਨੇ ਸਾਰਾ ਸੁਪਨਾ ਦੱਸਿਆ ਅਤੇ ਹੌਸਲਾ ਦਿੱਤਾ ਕਿ ਤੁਸੀਂ ਸਿਦਕ ਦੇ ਵਿੱਚ ਆਵੋ। ਆਪ ਦੀ ਪੁਕਾਰ ਦਰਗਾਹੇ ਪੁੱਜ ਗਈ ਹੈ, ਡੋਲੋ ਨਹੀਂ। ਆਪਰੇਸ਼ਨ ਤੋਂ ਪਹਿਲਾਂ ਇਹ ਸਾਰਾ ਸੁਪਨਾ ਬੀਬੀ ਰਾਮਿੰਦਰ ਨੂੰ ਦੱਸਿਆ ਗਿਆ, ਜੋ ਰੋ ਰੋ ਕੇ ਬੇਹਾਲ ਹੋ ਰਹੀ ਸੀ। ਉਹ ਸਿਦਕ ਦੇ ਵਿੱਚ ਆ ਗਈ ਅਤੇ ਉਸਦੇ ਚਿਹਰੇ ਦਾ ਪ੍ਰਭਾਵ ਬਦਲ ਗਿਆ। ਬੀਬੀ ਅਰਦਾਸ ਵਿੱਚ ਜੁੜ ਗਈ। 2 ਘੰਟੇ ਆਪਰੇਸ਼ਨ ਹੁੰਦਾ ਰਿਹਾ ਅਤੇ ਲਗਭਗ 80 ਟਾਂਕੇ ਲੱਗੇ। ਡਾਕਟਰ ਸੇਨ ਨੇ ਦੱਸਿਆ ਕਿ ਲੜਕੀ ਬੜੀ ਦਲੇਰ ਰਹੀ ਹੈ, ਰੱਤਾ ਵੀ ਨਹੀਂ ਘਾਬਰੀ। ਦੂਜੇ ਦਿਨ ਬੀਬੀ ਨੂੰ ਫੇਰ ਬੁਖਾਰ ਹੋ ਗਿਆ ਅਤੇ ਇਹ ਬੁਖਾਰ 103-4 ਡਿਗਰੀ ਤੱਕ ਅੱਪੜ ਗਿਆ। ਸਰਦਾਰ ਮਨਮੋਹਨ ਸਿੰਘ ਜੀ ਹਸਪਤਾਲ ਤੋਂ ਘਰ ਆਏ ਅਤੇ ਫੋਨ 'ਤੇ ਸਰਦਾਰ ਹਰਨਾਮ ਸਿੰਘ ਜੀ ਨੂੰ ਸਾਰੀ ਗੱਲ ਦੱਸੀ ਅਤੇ ਅਰਦਾਸ ਕਰਨ ਲਈ ਬੇਨਤੀ ਕੀਤੀ ਤਾਂ ਜੋ ਬੱਚੀ ਰਾਜ਼ੀ ਹੋ ਜਾਵੇ। ਸਰਦਾਰ ਹਰਨਾਮ ਸਿੰਘ ਜੀ ਕੁਰਸੀ 'ਤੇ ਬੈਠੇ ਹੀ ਅਰਦਾਸ ਵਿੱਚ ਜੁੜ ਗਏ ਅਤੇ ਉਹਨਾਂ ਦੀ ਅੱਖ ਲੱਗ ਗਈ। ਕੀ ਦੇਖਦੇ ਹਨ ਕਿ ਭਾਈ ਸਾਹਿਬ ਆ ਗਏ ਹਨ। ਉਹਨਾਂ ਦੇ ਦਰਸ਼ਨ ਕਰਕੇ ਚਿੱਤ ਖੇੜੇ ਵਿੱਚ ਆ ਗਿਆ।
ਇਤਨੀ ਦੇਰ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਘਬਰਾਏ ਹੋਏ ਆਏ ਅਤੇ ਚਰਨਾਂ ਤੇ ਸੀਸ ਨਿਵਾਇਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸਰਦਾਰ ਮਨਮੋਹਨ ਸਿੰਘ ਜੀ ਨੂੰ ਆਖਦੇ ਹਨ ਕਿ ਕਿਉਂ ਘਬਰਾਉਂਦੇ ਹੋ, ਵਾਹਿਗੁਰੂ ਜੀ ਸਭ ਠੀਕ ਕਰਦੇ ਹਨ। ਸਿਦਕ ਦੇ ਵਿੱਚ ਆਓ, ਅਰਦਾਸ ਕਰੋ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਮਜ਼ਦੂਰਾਂ ਦੇ ਵਿੱਚ ਵੰਡੋ। ਇਹ ਸਾਰਾ ਸੁਪਨਾ ਸਰਦਾਰ ਜੀ ਨੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਫੋਨ ਤੇ ਦੱਸਿਆ। ਕੜਾਹ ਪ੍ਰਸ਼ਾਦ ਤਿਆਰ ਕਰਵਾ ਕੇ ਬਾਬਾ ਜੀ ਦੀ ਹਜ਼ੂਰੀ ਵਿੱਚ ਅਰਦਾਸਾਂ ਕਰਕੇ ਲੇਬਰ ਵਿੱਚ ਵੰਡਿਆ ਗਿਆ। ਬੀਬੀ ਦਾ ਬੁਖਾਰ ਸ਼ਾਮ ਤੱਕ ਘਟ ਗਿਆ ਅਤੇ ਉਹ ਹੁਣ ਸਿਦਕ ਦੇ ਵਿੱਚ ਸੀ। ਛੇਤੀ ਛੇਤੀ ਉਸ ਨੂੰ ਆਰਾਮ ਆਉਣ ਲੱਗਾ। 15 ਦਿਨਾਂ ਵਿੱਚ ਹੀ ਜ਼ਖਮ ਭਰ ਗਏ ਅਤੇ ਹਸਪਤਾਲ ਤੋਂ ਛੁੱਟੀ ਹੋ ਗਈ ਅਤੇ ਬੀਬੀ ਰਾਜ਼ੀ ਬਾਜ਼ੀ ਹੋ ਕੇ ਆਪਣੇ ਘਰ ਵਾਪਸ ਆ ਗਈ। ਡਾਕਟਰ ਸੇਨ ਵੀ ਹੈਰਾਨੀ ਵਿੱਚ ਸੀ ਅਤੇ ਉਸਨੇ ਕਿਹਾ ਕਿ ਮੈਂ ਬੜੇ ਆਪਰੇਸ਼ਨ ਕੀਤੇ ਹਨ, ਪਰ ਜਿਸ ਤਰ੍ਹਾਂ ਇਸ ਕੇਸ ਵਿੱਚ ਰਿਕਵਰੀ ਹੋਈ ਹੈ ਉਹ ਮੈਂ ਅੱਗੇ ਕਦੇ ਨਹੀਂ ਦੇਖੀ। ਸੋ ਗੁਰੂ ਰੂਪੀ ਸਾਧ ਸੰਗਤ ਜੀਓ, ਕਿੰਨੇ ਕਮਾਲ ਦਾ ਪ੍ਰਸੰਗ ਹੈ ਇਹ, ਕਿੰਨੀ ਵੱਡੀ ਸੇਧ ਪ੍ਰਾਪਤ ਹੋ ਰਹੀ ਹੈ। ਸਤ ਹੈ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ। ਅਜਿਹੇ ਪੂਰਨ ਸੰਤ ਨਾ ਸਿਰਫ ਇੱਥੋਂ ਦੇ ਦੁੱਖਾਂ ਤੋਂ ਬਲਕਿ ਪਰਲੋਕ ਦੇ ਗਮਾਂ ਤੋਂ ਵੀ ਸਹਿਜੇ ਹੀ ਸਾਨੂੰ ਛੁਡਾ ਲੈਂਦੇ ਹਨ। ਇੱਕ ਤਿਲ ਨਹੀਂ ਭੰਨੇ ਘਾਲੇ ਦੇ ਮਹਾਵਾਕ ਦੇ ਅਨੁਸਾਰ ਸਾਡੀ ਕੀਤੀ ਹੋਈ ਕੋਈ ਵੀ ਬੇਨਤੀ, ਸਾਡਾ ਕੀਤਾ ਹੋਇਆ ਕੋਈ ਵੀ ਅਜਿਹਾ ਚੰਗਾ ਕਰਮ ਵਿਅਰਥ ਨਹੀਂ ਜਾਂਦਾ। ਸਾਡੇ ਮਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਤੇ ਪੂਰਨ ਭਰੋਸਾ ਆ ਜਾਵੇ, ਸਿਦਕ ਆ ਜਾਵੇ, ਸਾਨੂੰ ਸਹਿਜੇ ਹੀ ਲੋਕ ਸੁਖੀਏ ਪਰਲੋਕ ਸੁਹੇਲੇ ਦੇ ਭਾਵ ਦਾ ਸਮਝ ਆ ਸਕੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਵੀ ਅਜਿਹੇ ਗੁਰਮੁਖ ਪਿਆਰਿਆਂ ਦੀ ਸੰਗਤ ਹੋ ਸਕੇ ਜੋ ਕਿ ਪੂਰਨ ਹਨ, ਜਿਨ੍ਹਾਂ ਬਾਰੇ ਗੁਰਬਾਣੀ ਦੇ ਵਿੱਚ ਦਰਜ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣਹੁ ਮੂਲ ਸਾਈਂ ਜੇਹਿਆ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਅਜਿਹੇ ਮਿੱਤਰਾਂ ਦੀ, ਗੁਰਮੁਖ ਜਨਾਂ ਦੀ ਅਸੀਂ ਸੰਗਤ ਹਾਸਲ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਸਾਧ ਸੰਗਤ ਜੀਓ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।